ਉਹਦੇ ਪਿੱਛੇ ਇੱਕ ਵਜ੍ਹਾ ਹੈ। ਸਰੀਰ ਦੀ ਖੁਰਾਕ ਬਹੁਤ ਹੈ। ਜਿੰਨਾ ਵੀ ਧਨ ਦੌਲਤ ਦਿਸ ਰਿਹਾ ਨਾ, ਇਹ ਸਰੀਰ ਦੇ ਕੰਮ ਆਉਣ ਵਾਲਾ ਹੈ। ਮਨ ਚੋਂ, ਮਨ ਦੇ ਕੰਮ ਆਉਣ ਵਾਲੀ ਇਹਨਾਂ 'ਚੋਂ ਚੀਜ਼ ਕਿਹੜੀ ਦੱਸੋ? ਦੋ ਕਿਸਮ ਦਾ ਧਨ ਹੈ ਸਾਧ ਸੰਗਤ ਜੀ, ਇੱਕ ਤਨ ਦਾ, ਇੱਕ ਮਨ ਦਾ। ਜਿਹੜਾ ਤਨ ਵਾਲਾ ਧਨ ਹੈ ਨਾ, ਉਹ ਸਾਡੇ ਸਾਰਿਆਂ ਕੋਲ ਹੈਗਾ। ਕਿਸੇ ਕੋਲ 2 ਛਿੱਲੜ ਵੱਧ ਆ ਅਤੇ ਕਿਸੇ ਕੋਲ 2 ਛਿੱਲੜ ਘੱਟ ਵਾ। ਕਿਸੇ ਦੀ ਬੈਂਕ 'ਚ 4 ਲੱਖ ਪਿਆ ਅਤੇ ਕੋਈ ਕਹਿੰਦਾ ਭਾਈ ਆਈ ਚਲਾਈ ਹੈਗੀ ਹੈ, ਭੜੋਲੀ ਝਾਟਾ ਹੈਗਾ, ਕੱਪੜੇ ਹੈਗੇ ਆ, ਤਨ ਕੱਜਿਆ ਮੇਰਾ। ਤਨ ਦਾ ਧਨ ਜਿਹੜਾ ਬੈਂਕ 'ਚ 4 ਪੈਸੇ ਪਏ, ਤਨ ਦੇ ਕੰਮ ਆਉਣੇ ਆ। ਜਿਹੜਾ ਕੱਪੜਾ ਉਹ ਤਨ ਦੇ ਕੰਮ ਆਉਣਾ। ਜਿਹੜੀ ਗੱਡੀ ਇਹ ਤਨ ਨੂੰ ਸੁੱਖ ਦੇਣ ਵਾਲੀ ਹੈ। ਜੇ ਠੰਡ ਲੱਗੀ ਹੀਟਰ ਤਨ ਨੂੰ, ਜੇ ਗਰਮੀ ਲੱਗੀ ਏਅਰ ਕੰਡੀਸ਼ਨ ਉਹ ਵੀ ਤਨ ਦੇ। ਮਨ ਨੂੰ ਠੰਡਕ ਦੇਣ ਵਾਲੀ ਚੀਜ਼ ਕਿੱਥੇ ਹੈ? ਹੁਣ ਅੱਤ ਦੀ ਬਾਹਰ ਠੰਡ ਹੁੰਦੀ ਹੈ, ਮਨ ਠੰਡਾ ਹੁੰਦਾ? ਬੋਲੋ ਸਾਧ ਸੰਗਤ ਜੀ। ਹੁਣ ਜਿਹੜਾ ਚੰਦਨ ਹੈ, ਚੰਦਨ ਲੋਕੀ ਮੱਥੇ ਤੁਸੀਂ ਵੇਖਿਓ ਕਦੀ ਚੰਦਨ ਮੱਥੇ 'ਤੇ ਕਿਉਂ ਲਾਉਂਦੇ ਭਲਾ? ਜਿਹੜਾ ਵਿਪਰ ਹੈ ਉਹ ਮੱਥੇ 'ਤੇ, ਤੁਸੀਂ ਕਦੀ ਮੰਦਿਰ ਜਾਏ ਉੱਥੇ ਚੰਦਨ ਦਾ ਟਿੱਕਾ ਲਾਉਂਦੇ ਆ। ਆਪਣੇ ਵੀ ਵਿਆਹਾਂ ਸ਼ਾਦੀਆਂ ਜਦੋਂ ਪੁੱਤਰ ਧੀ ਦਾ ਆਨੰਦ ਕਾਰਜ ਆਪਾਂ ਕਰਦੇ ਹਾਂ, ਸ਼ਗਨ ਲਾਉਣ ਨਹੀਂ ਆਉਂਦੇ ਲੜਕੀ ਵਾਲੇ, ਉਹ ਕੇਸਰ ਨਾਲ ਚੰਦਨ, ਉਹ ਸਮੱਗਰੀ ਜੀ ਲੈ ਕੇ ਉਹਦੀ ਟਿੱਕਾ ਨਹੀਂ ਵੇਖਿਆ ਅੱਜ ਕੱਲ੍ਹ ਪੱਗ 'ਤੇ ਲਾਉਂਦੇ? ਹੁਣ ਤਾਂ ਹੌਲੀ ਹੌਲੀ ਇਹ ਚੀਜ਼ਾਂ ਨਿਕਲਦੀਆਂ ਜਾਂਦੀਆਂ। ਹੁਣ ਹੈ ਇਹ ਕਰਮ ਕਾਂਡ ਹੈ। ਤਾਂ ਮੱਥੇ 'ਤੇ ਟਿੱਕਾ ਕਿਉਂ ਲਾਉਂਦੇ ਆ? ਕਿਉਂਕਿ ਖੁਸ਼ੀ ਅਤੇ ਗਮੀ ਇਹ ਸਾਡੇ ਮੱਥੇ ਨੇ ਦੱਸਣੀ ਹੈ। ਬੰਦਾ ਖੁਸ਼ ਹੋਊਗਾ ਤਾਂ ਵੀ ਮੱਥਾ ਦੱਸਦਾ, ਬੰਦਾ ਸੜਿਆ ਹੋਊਗਾ ਤਾਂ ਵੀ ਮੱਥਾ ਦੱਸਦਾ। ਬੰਦੇ ਦੇ ਚਿਹਰੇ ਤੋਂ ਪਤਾ ਲੱਗਦਾ ਨਾ ਅੱਜ ਖੁਸ਼ ਬੜਾ ਹੈ, ਅੱਜ ਉਦਾਸ ਬੜਾ ਹੈ। ਤਾਂ ਬੰਦੇ ਨੇ ਉਹਦਾ ਪ੍ਰਬੰਧ ਕੀ ਕੀਤਾ? ਚਲੋ ਚੰਦਨ ਮਾਰ ਲਓ ਕਿਉਂਕਿ ਚੰਦਨ ਠੰਡਾ ਹੁੰਦਾ। ਬਾਪੂ ਨੇ ਡੰਕੇ ਦੀ ਚੋੜ 'ਤੇ ਇਸ ਗੱਲ 'ਤੇ ਮੋਹਰ ਲਾਈ। ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਹੀ ਘਾਮ। ਮੂਲ ਮੁੱਢ ਤੋਂ ਹੀ, ਮੂਲੋਂ ਹੀ ਘਾਮ ਕਹਿੰਦੇ ਗਰਮੀ ਨੂੰ। ਹੁਣ ਕਲਪਿਆ ਤੇ ਤੇਰਾ ਮਨ ਹੈ, ਸੱਪ ਤੇ ਵੜਿਆ ਖੁੱਡ 'ਚ ਤੇ ਤੂੰ ਉਤੋਂ ਰੁੱਡ ਕੁੱਟੀ ਜਾਂਦਾ, ਖੁੱਡ ਕੱਟੀ ਜਾਂਦਾ। ਵਰਮੀ ਮਾਰੀ ਸਾਪ ਨਾ ਮਰਈ, ਨਾਮ ਨਾ ਸੁਣਈ ਡੋਰਾ। ਵਰਮੀ ਮਾਰੀ ਸਾਪ ਨਾ ਮਰੀ, ਵਰਮੀ ਖੁੱਡ। ਹੁਣ ਜਿਹੜਾ ਸੱਪ ਹੈ ਉਹ ਖੁੱਡ ਵਿੱਚ ਹੈ, ਰੁੱਡ ਵਿੱਚ ਹੈ, ਤੇ ਬੰਦਾ ਉੱਤੋਂ ਧਰਤੀ ਕੁੱਟੀ ਜਾਵੇ, ਸੱਪ ਮਰ ਜੂ? ਬੋਲ ਕੇ ਦੱਸਿਓ ਜੀ। ਤੇ ਸੱਪ ਕਿੱਦਾਂ ਮਾਰਨਾ? ਉੱਥੋਂ ਧਰਤੀ ਪੋਲੀ ਕਰਨੀ ਪੈਣੀ, ਉਹਨੂੰ ਕੱਢਣਾ ਪੈਣਾ ਬਾਹਰ, ਉਹਦੀ ਸਿਰੀ 'ਤੇ ਡਾਂਗ ਵੱਜੂ, ਫੇਰ ਮਰਨਾ ਜਾ ਕੇ ਉਹਨੇ। ਸੱਪ ਕੌਣ ਹੈ? ਇਹ ਮਨ ਜ਼ਹਿਰ ਨਾਲ ਭਰਿਆ ਪਿਆ। ਤੇ ਕਸ਼ਟ ਕਿਹਨੂੰ ਦੇ ਰਹੇ ਆ? ਸਰੀਰ ਨੂੰ। ਸਰੀਰ ਨੂੰ ਕਸ਼ਟ ਦਿੱਤੇ ਆ, ਮਨ ਦੀ ਜ਼ਹਿਰ ਕਿੱਦਾਂ ਮਰ ਜੂ? ਉਹ ਤਾਂ ਇਸ ਮਨ ਨੂੰ, ਇਸ ਮਨ ਦੀ ਵਿਸ, ਇਹ ਜ਼ਹਿਰ ਬਾਹਰ ਕੱਢਣੀ ਪੈਣੀ ਹੈ। ਮਨ ਦੇ ਖਿਆਲਾਤ ਬਦਲਣੇ ਪੈਣੇ ਨੇ, ਉਹ ਭਰੇ ਪਏ ਨੇ। ਇਸੇ ਨੂੰ ਆਖਿਆ ਸੀ ਕੱਚੋਂ ਕੰਚਨ ਭਇਓ, ਸ਼ਬਦ ਗੁਰੂ ਸਰਵਣੇ ਸੁਣੇ, ਬਿਖ ਤੇ ਅੰਮ੍ਰਿਤ ਹੋਇਓ। ਉਹ ਜਿਹੜਾ ਅੰਦਰ ਬਿਖ ਹੈ, ਜਿਹੜੀ ਅੰਦਰ ਜ਼ਹਿਰ ਹੈ, ਸੱਪ ਨਾਲੋਂ ਵੀ ਕਈ ਗੁਣਾ ਵੱਧ ਇਸ ਮਨੁੱਖੀ ਮਨ 'ਚ ਜ਼ਹਿਰ ਹੈ। ਸੱਪ ਤੇ ਉਹਨੂੰ ਡੰਗ ਮਾਰਦਾ ਜਿਹੜਾ ਉਹਦੇ ਲਾਗੇ ਜਾਂਦਾ, ਲੱਕ 'ਤੇ ਪੈਰ ਰੱਖਦਾ। ਇਹ ਤੇ ਉਹਨਾਂ ਨੂੰ ਵੀ ਡੰਗ ਮਾਰੀ ਜਾਂਦਾ ਜਿਹਨੇ ਨੂੰ ਕਦੀ ਕੁਝ ਨਹੀਂ ਕਿਹਾ। ਹੁਣ ਜਿਹੜੀ ਧੀ ਨੇ ਕੁਝ ਨਹੀਂ ਸੀ ਕਿਹਾ, ਉਹਨੂੰ ਵੀ ਜਨਮ ਤੋਂ ਪਹਿਲਾਂ ਮਰਵਾਤਾ। ਸੱਪ ਨਾਲੋਂ ਘੱਟ ਹੈ? ਜਿਹੜੀ ਧੀ ਨੇ ਤੇ ਅਜੇ ਇਹਨੂੰ ਕਿਹਾ ਹੀ ਕੁਝ ਨਹੀਂ, ਉਹਨੂੰ ਮਾਤਾ ਦੇ ਗਰਭ 'ਚ ਹੀ ਕਤਲ ਕਰਾਤਾ। ਸੱਪ ਤੇ ਫੇਰ ਕੁਝ ਕਹਿੰਦਾ, ਉਹਦੇ ਲੱਕ 'ਤੇ ਪੈਰ ਰੱਖੋਗੇ। ਇਹ ਤੇ ਸੱਪ ਨੂੰ ਵੀ ਮਾਤ ਪਾ ਗਿਆ। ਐਵੇਂ ਥੋੜਾ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਸੀ, ਬਿਨ ਸਿਮਰਨ ਜੂਨਾ ਪਿਆ ਭੋਗ ਰਹੇ ਆਪਾਂ, ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ। ਬਸ ਫਰਕ ਇੰਨਾ ਕਾ, ਉਹ ਸੱਪ ਖੁੱਡਾਂ 'ਚ ਰਹਿੰਦਾ, ਇਹ ਸੱਪ ਘਰਾਂ 'ਚ ਰਹਿੰਦੇ ਆ। ਉਹ ਬੋਲੋ ਭਾਈ, ਫਰਕ ਇੰਨਾ ਹੀ ਆ। ਉਹ ਸੱਪ ਖੁੱਡਾਂ 'ਚ ਰਹਿੰਦੇ ਆ, ਧਰਤੀ 'ਚ ਰਹਿੰਦੇ ਆ। ਇਹ ਸੱਪ ਧਰਤੀ ਦੇ ਉੱਤੇ ਮਹੱਲ ਪਾ ਕੇ ਬੈਠਾ ਹੈਗਾ, ਤੇ ਵੀ ਜ਼ਹਿਰ ਹੈ। ਜੂਨ ਤੇ ਵੀ ਸੱਪ ਦੀ ਭੋਗ ਰਿਹਾ। ਇਸ ਨੂੰ ਆਖਿਆ ਗੁਰਮੰਤਰ ਹੀਣਸ ਚੋ ਪ੍ਰਾਣੀ, ਤਰਗੰਤ ਜਨਮ ਭ੍ਰਿਸ਼ਟਨੈ, ਕੂਕਰੈ ਸੂਕਰੈ, ਗਰਦਬੈ ਕਾਕੈ, ਸਰਪਨੈ ਤੁਲ। ਤੁਲ ਕਹਿੰਦੇ ਨੇ ਬਰਾਬਰ ਨੂੰ, ਖਲਾ ਕਦੇ ਮੂਰਖ ਨੂੰ। ਉਹ ਮੂਰਖਾ, ਇਹਨਾਂ ਪੰਜਾਂ ਦੇ ਬਰਾਬਰ ਹੈ ਜੇ ਗੁਰੂ ਦੀ ਸਿੱਖਿਆ ਤੇਰੇ ਕੋਲ ਹੈ ਨਹੀਂ ਤੇ। ਗੁਰਮੰਤਰ, ਮੰਤਰ ਮੀਨਿੰਗ ਕਿਦਾ? ਸਿੱਖਿਆ। ਜਿਵੇਂ ਮੰਤਰੀ ਹੁੰਦਾ ਨਾ, ਮੰਤਰੀ ਸਲਾਹਕਾਰ ਹੁੰਦਾ ਰਾਜੇ ਦਾ। ਰਾਜੇ ਨੇ ਕੀ ਕਰਨਾ ਕੀ ਨਹੀਂ ਕਰਨਾ ਉਹਦਾ ਮੰਤਰੀ ਦੱਸਦਾ ਉਹਨੂੰ। ਮੂਲ ਮੰਤਰ ਇਹ ਕੀ ਹੈ?
साडे मन की सलाह सानू असी अपने गुरु को सलाह लेने। जो मैं मूल मंत्र पढ़दा, जो मैं गुरु का शब्द पढ़दा, ये मैं सलाह लेना गुरु को। गुरु मैं इदा कर लगा, गुरु कहता सलाह लै, चक कर काम। असी की करते हैं 48 घंटे सलाह लेने, काम पे अपनी मर्जी ना। क्यों जी 48 घंटे भाई साहब पाठ करते साढ़े घर। मतलब ये इदा हो गया भी जिमें कोई बंदा घंटिया बधी किसी को सलाह लवे तो काम मुड़ के अपनी मर्जी ना करे। हार के बंदा अक के पता कहता जो काम ही तू अपनी मर्जी नाल करना। जिमें बंदा डॉक्टर को जाके सलाह लवे भी मैं की खावां की ना खावां जी मेरी बीमारी कंट्रोल च होवे, तो डॉक्टर कहे लिस्ट बना के लै जा, आ सब्जियां तेरे खाण जोग आ तेरे नहीं खाण जोग। तो फिर चला जाए घर च चीज़ बनी हो तो वेख के जा। कई बार इदा होंदा हुण शूगर वाला जो मरीज बंदा है जिन्होंने मिठा बंद है वो लागे कितने गजरेला बनया हो, उन्होंने पुछ के वेखो। जो वो लागे कोई मिठी चीज़ बनी हो उन्होंने पुछ के वेखो, जी तो करता ना वह। हर के दूजे भावें कहते ना खा, कहता कोई नहीं दवाई थोड़ी जी बोलो जी वध खा लूँ। हुण जिहड़ी गल मनदी सी भी सलाह लै ली डॉक्टर को ते खादा, फिर वो जिहड़ा मना कीता सी सलाह लै ली गुरु कोलों। गुरु ने सलाह दी नशा ना पीवी ना पियाई, कोई बेईमानी ना करी, दिता पैरा इस गल ते। काम फिर किया तो फिर जो दुख मिलिया तो फिर असी दस्यो बंदा अपनी मर्जी नाल खाना पीना शुरू कर दे तो रोग वध जाण, उस तो बाद डॉक्टर नूं कहण जोगा हैगा जी बोल के दस्यो। डॉक्टर कहता जो तू मेरे मुताबिक दवाई खाधी नहीं, तू मेरे मुताबिक परहेज किया ही नहीं, तो तेरे वधे हुए दुख का मैं जिम्मेवार नहीं हाँ। हुण जदों नशा सानू गुरु ने मना किया, असीं पीने तो पिउने, उत्थे गोली चल गई, डेथ हो गई, की आने रब नूं साडी खुशी पसंद नहीं आई। बापू जी कहते जो तुसीं मेरी सलाह ना काम ही नहीं किया, तुसीं एक काम मेरी सलाह ना करके वेखो, नतीजा वेखो तुहाडे सामने, वेखो किदां उड़दे फिरदे तुसीं। तुहाडे जीवन दियां लोग उदाहरण देणगे, काम तुसीं करना अपनी मर्जी नाल। शब्द तुसीं बाणी नूं समझना नहीं, गुरु साहब कहिंदे कि नहीं उस बन्ने ध्यान देना नहीं। हुण इत्थे महाराज जिहड़ी गल करे कहते चंदन चंद चंद चंद्रमा ना सर्द रुत सर्दी दी रुत, मूल ना मिठे घाम। अंदर दी जिहड़ी तपश है, भावें बाहर कोरा पिया होवे, भावें चंद्रमा की ठंडी रात होवे, भावें चंद्र होवे, ये तिन्ने चीज़ां रल के भी बंदे दे अंदर दी तपश नूं खत्म नहीं कर सकदियां। जियो तपत है बारो बार, जियो तपदा तो जियो तो इदा भी तपदा। विचोले ने कहा होवे कि आ समान देंगे थोड़ा जिहा घट आ जे, तो बाकी सारे रिश्तेदार चाह पानी पीन डे, तो जेडे घर के मम्मी डैडी आ उन्होंने जियो किदां हो रहा लाड़ा, वो अंदर कहना मैं नहीं जाना सवेरे वे। हूँ उन्होंने तो क्या सी असीं गड्डी आ देवांगे, गड्डी होर लै आए। तो बोलो जी जियो तपदा कि नहीं? हुण ये जिहड़ा जियो तपदा ये किहदे हत्थ है? साडियां अपनियां गलतियां ने। जियो तपत है बारो बार, तप तप खपे बहुत बेकार। आ सुने हुण आ कारण, जय तन बाणी विसर जाए। तन इत्थे तन का मतलब की है, क्योंकि तन में ही मन है ना, मन अपने आप तो कुछ भी नहीं है। जो तन ही है नहीं तो मन, तन तन भांडा है, मन पई विच वस्तु है। तन तन दे विच मन है ना, तो तन शब्द तां वरत्या भी तन विच मन आ। जो तन ना रहा तो मन कित्थे रहना? फिर तो खत्म कहानी। जय तन बाणी, तन मीनिंग मन, जय तन इनू इदा अर्थ करने आप, जय तन मीनिंग जिस मन विच, जय तन बाणी विसर जाए। हुण जिस तन चों मालक की बाणी विसर गई, हुण तन चों किदां भुली भला? जो मन चों भुल गई तो हत्थां चों आपे भुल गई, हत्थां ने चोरी करनी है। जो मन चों भुल गई, पैरां ने गलत रस्ते तुरना, झूठी गवाही देन जाणगे पैर, भी चक 15,000 गवाही झूठी देनी तू कहना मैं अखीं वेखिआ इहनूं इदां काम करदे। तू लफ्ज़ बोलना उत्ते आपां फसा देना बंदा, पैरां ने तुर पैणा।
ਪਰ ਜਦੋਂ ਮਨ ਵਿੱਚ ਸੱਚ ਦੀ ਵਿਚਾਰ ਹੋਏਗੀ, ਉਹ ਕਹੇਗਾ ਭਰਾਵਾ ਉਧਾਰ ਲੈ ਕੇ ਖਾ ਲਾਂਗਾ, ਪਰ ਹੁਣ ਪੈਰ ਗਲਤ ਰਸਤੇ ਨਹੀਂ ਤੁਰਦੇ। ਹੁਣ ਕਬੀਰ ਗੂੰਗਾ ਹੁਆ ਬਾਵਰਾ, ਹੁਣ ਤਾਂ ਗੂੰਗਾ ਹੋ ਗਿਆ ਮੈਂ, ਹੁਣ ਨਹੀਂ ਮੂੰਹ ਬੋਲਦਾ। ਕਿੱਦਾਂ ਨਹੀਂ ਬੋਲਦਾ? ਭਾਵ ਹੁਣ ਇਸ ਮੂੰਹ ਨਾਲ ਝੂਠੀਆਂ ਗਵਾਹੀਆਂ ਨਹੀਂ ਹੁੰਦੀਆਂ, ਹੁਣ ਇਸ ਮੂੰਹ ਨਾਲ ਝੂਠੀਆਂ ਗੱਲਾਂ ਨਹੀਂ ਹੁੰਦੀਆਂ, ਇਸ ਮੂੰਹ ਨਾਲ ਦੂਜਿਆਂ ਦੇ ਘਰ ਤੋੜਨ ਵਾਲੀਆਂ ਗੱਲਾਂ ਤੇ ਹੁੰਦੀਆਂ ਹੀ ਨਹੀਂ ਨਾ। ਹੁਣ ਤਾਂ ਜੇ ਦੋ ਭਰਾ ਲੜਦੇ ਹੋਣ ਤੇ ਉਹਨਾਂ ਦੇ ਸਿਰ ਜੋੜਨ ਦੀ ਕੋਸ਼ਿਸ਼ ਕਰੀਦੀ ਆ, ਹੁਣ ਲੜਾਈ ਪਾਉਣ ਵਾਲੀ ਗੱਲ ਨਹੀਂ ਹੁੰਦੀ। ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨਾ, ਬਹਿਰਾ ਹੋ ਗਿਆ ਹੁਣ ਕੰਨ, ਹੁਣ ਕੰਨ ਮਾੜੀਆਂ ਗੱਲਾਂ ਸੁਣਦੇ ਹੀ ਨਹੀਂ। ਕਈ ਕਹਿਣਗੇ ਫਲਾਣੇ ਨੂੰ ਨਾ ਚੁਗਲੀ ਕਰਨ ਦੀ ਬੜੀ ਆਦਤ ਹੀ। ਅੱਛਾ, ਤੈਨੂੰ ਕਿੱਦਾਂ ਪਤਾ ਲੱਗਾ? ਕਿਉਂਕਿ ਤੂੰ ਵੀ ਤਾਂ ਕੰਨ ਲਾ ਕੇ ਸੁਣੀ ਆ ਨਾ। ਇਹ ਜਿਵੇਂ ਡਾਟਾ ਨਹੀਂ ਹੁੰਦਾ ਵੀ ਉਹਦੇ ਇੱਕ ਮੋਬਾਈਲ ਤੋਂ ਦੂਜੇ ਮੋਬਾਈਲ ਵਾਲੇ ਦਾ, ਵੀ ਉਹ ਡਾਟਾ ਦੇਈ ਗਿਆ, ਤੂੰ ਕੰਨ ਕਰਕੇ ਡਾਊਨਲੋਡ ਕਰਾਈ ਗਿਆ। ਜਿਹੜਾ ਬੰਦਾ ਤੁਹਾਨੂੰ ਇਹ ਕਹਿੰਦਾ ਨਾ, ਜਾਂ ਬੀਬੀ ਕਹਿੰਦੀ ਉਹ ਫਲਾਣੇ ਨੂੰ ਚੁਗਲੀ ਕਰਨ ਦੀ ਬੜੀ ਆਦਤ ਹੈ, ਇਹ ਜਿਹੜਾ ਕਹਿੰਦਾ ਨਾ ਜਾਂ ਕਹਿੰਦੀ ਆ, ਇਹਦਾ ਮਤਲਬ ਉਹਨੇ ਉਹਦੇ ਕੋਲ ਚੁਗਲੀ ਸੁਣੀ ਆ। ਵੈਸੇ ਚੁਗਲੀ ਖਤਮ ਕਰਨ ਦਾ ਇੱਕ ਨੁਕਤਾ ਹੈਗਾ ਬੜਾ ਪਿਆਰਾ, ਅਜਮਾ ਕੇ ਵੇਖ ਲਿਓ। ਕਿਹੜਾ ਭਲਾ? ਜਦੋਂ ਕੋਈ ਬੰਦਾ ਕਿਸੇ ਦੀ ਗੱਲ ਕਰਦਾ, ਉਹਨੂੰ ਕਹੇ 1 ਮਿੰਟ ਰੁਕ, ਮੂੰਹ ਤੇ ਕਰਨਾ ਹੀ, ਉਹਨੇ ਚੁੱਪ ਹੀ ਕਰ ਜਾਣਾ ਉੱਤੇ, ਕਿਉਂਕਿ ਮੂੰਹ ਤੇ ਕਰਨ ਦੀ ਹਿੰਮਤ ਬੰਦਿਆਂ 'ਚ, ਉੱਚੀ ਬੋਲ ਕੇ ਦੱਸੋ ਜੀ, ਹੁੰਦੀ ਹੀ ਨਹੀਂ। ਬਸ ਕਾਨਾਫੂਸੀ ਕਰ ਦੇਣੀ, ਗੁਰਦੁਆਰੇ ਆਣ ਕੇ ਮਾੜੀ ਜੀ ਗੱਲ ਛੱਡਣੀ, 5 ਮਿੰਟ ਬਾਅਦ ਸਾਰੇ ਪਿੰਡ 'ਚ ਸੁਣ ਲਓ। ਅਫਵਾਹ ਹੈ, ਅਫਵਾਹਾਂ ਇੱਦਾਂ ਫੈਲਦੀਆਂ ਨੇ। ਸਾਡਾ ਸਮਾਜ ਇੱਥੇ ਟਿਕਿਆ ਹੋਇਆ। ਹੁਣ ਲਿਖਿਆ ਕਬੀਰ ਗੂੰਗਾ ਹੁਆ ਬਾਵਰਾ, ਹੁਣ ਗੂੰਗਾ ਹੋਣ ਦਾ ਅਰਥ ਕਿ ਹੁਣ ਮੂੰਹ ਤੋਂ ਮਾੜਾ ਸ਼ਬਦ ਬੋਲਿਆ ਨਹੀਂ ਜਾ ਰਿਹਾ। ਮੈਂ ਹੁਣ ਮਾੜੀਆਂ ਗੱਲਾਂ ਵੱਲੋਂ ਗੂੰਗਾ ਹੋਇਆ ਵਾਂ, ਚੰਗੀਆਂ ਗੱਲਾਂ ਤੇ ਮੇਰੇ ਕੋਲ ਜਿੰਨੀਆਂ ਮਰਜ਼ੀ ਕਰਾ ਲਓ। ਹੁਣ ਗੂੰਗਾ ਹੋਇਆ ਇੱਕ ਪੱਖੋਂ, ਕਿਹਦੇ ਪੱਖੋਂ? ਕਿ ਮੈਂ ਮਾੜੀ ਸਲਾਹ ਨਹੀਂ ਕਿਸੇ ਨੂੰ ਦੇਣੀ। ਤੇ ਕੰਨਾਂ 'ਚੋਂ ਬਹਿਰਾ ਕਿਉਂ ਹੋਇਆ? ਕਿ ਹੁਣ ਮੈਂ ਕਿਸੇ ਕੋਲੋਂ ਮਾੜੀ ਗੱਲ ਸੁਣਦਾ ਹੀ ਨਹੀਂ। ਜਦੋਂ ਮੈਂ ਮਾੜੀ ਸੁਣਾਂਗਾ ਨਹੀਂ, ਮਾੜੀ ਬੋਲਾਂਗਾ ਕਿਤੋਂ? ਕਿਉਂਕਿ ਜੋ ਕੰਨ ਸੁਣਦੇ ਆ, ਮੂੰਹ 'ਚ ਉਹੋ ਗੱਲ ਨਿਕਲਦੀ ਆ। ਹੁਣ ਤੁਸੀਂ ਡਰਮ 'ਚ ਪਾਈ ਕਣਕ ਹੈ, ਵਿੱਚੋਂ ਮੱਕੀ ਨਿਕਲੂਗੀ? ਉਹ ਬੋਲੋ ਸਾਧ ਸੰਗਤ ਜੀ, ਥਰਮੋਸ 'ਚ ਪਾਈ ਚਾਹ, ਵਿੱਚੋਂ ਦੁੱਧ ਨਿਕਲੂ? ਹੁਣ ਥਰਮੋਸ 'ਚ ਪਾਈ ਚਾਹ, ਵਿੱਚੋਂ ਨਿਕਲਣੀ ਵੀ ਚਾਹ ਹੈ। ਕੰਨਾਂ ਰਾਹੀਂ ਜੋ ਪਾਇਆ ਮੂੰਹ ਨੇ ਉਹ ਕੱਢਣਾ। ਤੁਸੀਂ ਵੇਖੋ ਜਿਨ੍ਹਾਂ ਘਰਾਂ 'ਚ ਗਾਲਾਂ ਕੱਢਦੇ ਆ ਨਾ ਵੱਡੇ, ਤੇ ਨਿਆਣੇ ਸੁਣ ਕੇ ਹੌਲੀ ਹੌਲੀ, ਉੱਚੀ ਬੋਲੋ ਹੁਣ, ਗਾਲਾਂ ਕੱਢਣ ਲੱਗ ਪੈਂਦੇ। ਜਿਨ੍ਹਾਂ ਘਰਾਂ 'ਚ ਫਤਿਹ ਬੁਲਾਉਂਦੇ ਆ, ਕੋਈ ਆਇਆ ਰਿਸ਼ਤੇਦਾਰ, ਬੱਚੇ ਨੂੰ ਸਿਖਾਇਆ, ਪੁੱਤ ਸਕੂਲੇ ਜਾਣ ਲੱਗਿਆ ਫਤਿਹ ਬੁਲਾ ਕੇ ਜਾਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਕੰਨਾਂ ਨਾਲ ਸੁਣਿਆ, ਜਦੋਂ ਰਿਸ਼ਤੇਦਾਰ ਕੋਈ ਘਰ ਆਇਆ ਤੇ ਬੱਚੇ ਸਭ ਤੋਂ ਪਹਿਲਾਂ ਕੜਕ ਕੇ ਫਤਿਹ ਬੁਲਾਉਂਦੇ ਆ। ਤੁਸੀਂ ਕਦੀ ਨੋਟ ਕੀਤਾ ਹੋਏਗਾ, ਕਈ ਸਾਡੇ ਘਰਾਂ 'ਚ ਰਿਸ਼ਤੇਦਾਰ ਜਦੋਂ ਆਉਂਦੇ ਆ, ਬੱਚੇ ਫਤਿਹ ਬੁਲਾਉਂਦੇ ਆ, ਤੇ ਆਪਾਂ ਵੱਡੇ ਕਈ ਵਾਰੀ ਸਤਿ ਸ੍ਰੀ ਅਕਾਲ ਬੁਲਾ ਦਿੰਦੇ ਆ, ਪਰ ਬੱਚੇ ਕਹਿੰਦੇ ਜੋ ਅਸੀਂ ਬੁਲਾਉਣਾ ਉਹ ਇੱਥੇ ਰੱਖਣਾ। ਬੱਚੇ ਸਤਿ ਸ੍ਰੀ ਅਕਾਲ ਵਾਲੇ ਨੂੰ ਫਤਿਹ ਬੁਲਾਉਂਦੇ ਆ। ਕਿਉਂ? ਕਿਉਂਕਿ ਉਹਨਾਂ ਦੇ ਕੰਨਾਂ ਨੇ ਸੁਣੀ ਹੀ ਫਤਿਹ ਹੈ। ਜੋ ਕੰਨ ਸੁਣਦੇ ਆ, ਜ਼ੁਬਾਨ ਨੇ ਉਹੋ ਹੀ ਬੋਲਣਾ ਹੈ। ਹੁਣ ਜੋ ਭਾਂਡੇ 'ਚ ਪਾਇਆ ਨਿਕਲੂ ਤੇ ਉਹੋ ਹੀ। ਹੁਣ ਅਸੀਂ ਇਸ ਭਾਂਡੇ 'ਚ ਬਾਣੀ ਪਾਈ ਨਹੀਂ, ਨਿਕਲਣੀ ਕਿੱਥੋਂ ਹੈ? ਅਸੀਂ ਤਾਂ ਇਹ ਭਾਂਡੇ 'ਚ ਗੰਦ ਪਾ ਛੱਡਿਆ। ਤੇ ਗੰਦ ਪਾਇਆ ਕਿਉਂ ਹੈ? ਕਿਉਂਕਿ ਅਸੀਂ ਗੰਦ ਪਵਾਇਆ ਹੈ। ਸੌਖੀ ਜਿਹੀ ਐਗਜ਼ਾਮਪਲ ਦਿੰਦਾ, ਤਵੱਜੋ ਦੇ ਕੇ ਸੁਣਿਓ। ਮੰਨ ਲਓ ਆਪਾਂ ਆਪਣੇ ਘਰ 'ਚ ਰਹਿੰਦੇ ਹਾਂ, ਸਾਡੇ ਲਾਗੇ ਖਾਲੀ ਪਲਾਟ ਪਿਆ। ਅਸੀਂ ਆਮ ਆਦਤ ਹੁੰਦੀ ਸਾਨੂੰ ਵੀ ਆਪਾਂ ਆਪਣੇ ਘਰ 'ਚ ਸਫਾਈ ਕੀਤੀ, ਕੂੜਾ ਕਰਕਟ ਜੋ ਹੋਇਆ ਚੁੱਕ ਕੇ ਆਪਾਂ ਖਾਲੀ ਜਗ੍ਹਾ 'ਤੇ, ਉੱਚੀ ਬੋਲੋ ਜੀ, ਸੁੱਟੀ ਜਾਂਦੇ ਹਾਂ। ਅੱਛਾ, ਹੌਲੀ ਹੌਲੀ ਆਪਾਂ ਸੁੱਟੀ ਗਏ, ਉੱਥੇ ਢੇਰ ਲੱਗ ਗਿਆ, ਸੁੱਟੀ ਗਏ, ਢੇਰ ਲੱਗ ਗਿਆ, ਸਮਾਂ ਬਣਿਆ। ਸ਼ਹਿਰਾਂ 'ਚ ਵੀ ਇਹ ਹੁੰਦਾ, ਜਿਹੜੇ ਖਾਲੀ ਜਗ੍ਹਾ ਲੋਕ ਸੁੱਟੀ ਜਾਂਦੇ, ਭਾਵੇਂ ਅੱਜ ਕੱਲ੍ਹ ਬੜੇ ਥਾਵਾਂ 'ਤੇ ਡਸਟਬਿਨ ਰੱਖੇ ਆ, ਪਰ ਆਦਤ ਨਹੀਂ ਸਾਨੂੰ। ਉਹ ਹੌਲੀ ਹੌਲੀ ਕੰਮ ਵੱਧਦਾ ਗਿਆ। ਉਹ ਇੱਕ ਦਿਨ ਕੀ ਹੋਇਆ ਵੀ ਜਿਹੜਾ ਉਹ ਪਲਾਟ ਸੀ, ਉਹਨੇ ਸਲਾਹ ਕੀਤੀ ਵੀ ਆਪਾਂ ਇੱਥੇ ਘਰ ਬਣਾਈਏ। ਉਹਨੇ ਹੌਲੀ ਹੌਲੀ ਸਲਾਹ ਕੀਤੀ, ਉਹਨੇ ਆਪਣੇ ਬੱਚਿਆਂ ਨਾਲ, ਪਰਿਵਾਰ ਨਾਲ, ਉਹਨੇ ਉੱਥੋਂ ਗੰਦਗੀ ਚੁਕਾ ਕੇ ਆਪਣਾ ਘਰ ਬਣਾ ਲਿਆ। ਹੁਣ ਘਰ ਬਣਾ ਲਿਆ, ਸੋਹਣੇ ਕਮਰੇ ਬਣ ਗਏ, ਉੱਥੇ ਰਹਿਣ ਲੱਗ ਪਿਆ। ਹੁਣ ਕੀ, ਜਿਵੇਂ ਅਸੀਂ ਪਹਿਲਾਂ ਆਪਣੇ ਘਰ ਦੀ ਸਫਾਈ ਕਰਕੇ ਜਿਹੜਾ ਕੂੜਾ ਕਰਕਟ ਸੁੱਟਣ ਜਾਂਦੇ ਸੀ, ਹੁਣ ਸੁੱਟਣ ਜਾਵਾਂਗੇ, ਉਹ ਸੁੱਟਣ ਦੇਵੇਗਾ? ਬੋਲ ਕੇ ਦੱਸਿਓ ਜੀ। ਨਹੀਂ, ਕੀ ਬੋਲੇਗਾ? ਕਿਉਂ ਭਲਾ? ਕਿ ਭਾਈ ਜਦੋਂ ਤੱਕ ਇਹ ਪਲਾਟ ਖਾਲੀ ਸੀ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਸੀ, ਤੁਸੀਂ ਸੁੱਟੀ ਗਏ। ਪਰ ਹੁਣ ਇਸ ਘਰ ਦਾ ਮਾਲਕ, ਇਸ ਪਲਾਟ ਦਾ ਮਾਲਕ ਆਪਣੇ ਪਰਿਵਾਰ ਸਮੇਤ ਆਣ ਕੇ ਇੱਥੇ ਰਹਿਣ ਲੱਗ ਪਿਆ। ਹੁਣ ਤੁਸੀਂ ਆਪਣੇ ਘਰ ਦੀ ਗੰਦਗੀ ਇੱਥੇ ਨਹੀਂ ਸੁੱਟ ਸਕਦੇ। ਬਸ ਇਹ ਹੋ ਗਿਆ ਪਲਾਟ। ਹੁਣ ਇਹਨੂੰ ਲਾ ਲਓ ਆਪਣੇ ਜੀਵਨ 'ਤੇ। ਜਦੋਂ ਤੱਕ ਇਹ ਹਿਰਦੇ ਦਾ ਪਲਾਟ, ਹਿਰਦੇ ਦੀ ਧਰਤੀ ਖਾਲੀ ਪਈ ਹੈ ਹੀ ਕੋਈ ਨਹੀਂ ਇੱਥੇ। ਅਗਲਾ ਇੱਧਰੋਂ ਆਇਆ, 2 ਗੱਲਾਂ ਸੁੱਟ ਗਿਆ, ਕਰਕਟ, ਕੂੜਾ ਕਰਕਟ।
इधरों आया, दो गल्लां सुट गया। फिर एक दिन समझ आई, जदों अंदर घर का मालक आया, उन्हें फिर अंदरों आवाज़ दी कि नस वंजो, भाजो हुण, नस वंजो, किल वेखो करता घर आया। हुण ते करता घर आ गया, हुण निकल जाओ तुसी, बस तुहाडी हुण इत्थे तुहानूं हुण गंदगी पाउण थोड़ा देनी है। तुसी पाई गए 10-15 साल, जदों तक घर का मालक नहीं सी। हुण आ गई आसा की वार, हुण आ गया जपजी साहब इत्थे, हुण आ गए इत्थे नवें पातशाह दे सलोक इत्थे, हुण आ गई इत्थे सूही की वार, हुण आ गई इत्थे बसंत की वार, हुण इत्थे आ गया मालक घर का। वो कहता भजो हुण, नस वंजो, किल विखो, अगे बोलो, करता घर आया। हुण जदों करता घर आ गया, आपां सुखी हो जाना। अजे करते नूं घर लियाउण नूं असीं, उच्ची बोलो जी, तैयार नहीं। हाँ, आह गल जवाब दिता भैणा, अजे असीं करते नूं घर लियाउण लई तैयार नहीं हाँ। अच्छा, ये हुण एग्जाम्पल इत्थे लाओ। बच्चे माँ बाप कोलों चीज़ां मंगदे आ जी, अपने बच्चे अपने कोलों ही मंगदे। असीं बच्चे असीं अपने मम्मी डैडी को मंगदे, अगे अपने बच्चे अपने को मंगदे आ ना। उन्होंने कई बार ये भी नहीं वेखना भी इहदी जेब च पैसे हैगे आ। क्यों भैणों, बच्चे मंगते हैं। बच्चा कई बार कहता मैनू कोटी लैके दो, मैनू स्वेटर लैके दो, मैनू कोट लैके दो, पर माँ बाप सोचता इन्ना बजट साडा नहीं है। सोचते हैं कई बार सर्दी मुक्कण वाली होंगी, आप ये सोचते हैं हुण ठंड लंघ गई आ, इदां वेख लेंगे अगले साल लेवांगे। पर बच्चा नहीं चीज़ सोचता, बच्चा कहता नहीं मैनू लैके दो। अच्छा, बच्चा माँ बाप को चीज़ां मंगदा है। अच्छा, ईमानदारी नाल सोचो, जिहड़े बच्चे माँ बाप को चीज़ां मंगदे आ, पर जदों कल नूं वड्डे होण माँ बाप नूं घर रखण नूं तैयार ना होना, फिर बच्चे चंगे लगदे। फिर वो दित्तियां होईयां चीज़ां वेख के खिज नहीं चढ़दी भी तेरे जन्मदिन ते मैं इन्ना पैसा लाया, तेरे मैं कोई चीज़ तो मना ना कीता, अज तू मैनूं दर दर दा मोहताज कीता। दुखी हुंदा ना मन। हुण ये गल इत्थे ला लो, असीं भी तो अपने गुरु नाल इंज ही करदे हां, मंगी जाने आ, मैनूं आह दे दे, मैनूं आह दे। गुरु कहंदा एक काम कर, हाँ तू मैनूं घर लै जा, तू मंगी जे जाना, तू मैनूं घर लै जा। साडा क्यों की जवाब है, नहीं जी घर खाण जोगा है नहीं। हुण सोचो भला, पुत कहे प्यो जोगी घर च जगह है नहीं। हुण समझ, मैं जरूर नहीं कहता सरूप रखो, पोथियां रख लो, कोई बाणी दियां पोथियां कोई उड़का रख लो। वो गुरु क्या सिखा, जे तेरे घर बाणी दी पोथी कोई नहीं हैगी तो किहदे घर होएगी। जे तेरा ये जवाब है भी नहीं जी असीं ते पोथी रखते नहीं, क्यों, क्योंकि भाईया जी पींदे ने, न्याणे फिर घर जूठ मीठ रहिंदी, इस करके असीं रखते नहीं। ये तो मतलब असीं गुरु दे मुताबिक तुरन नूं तैयार नहीं, पर गुरुद्वारे जाके जाना मैनूं आ दे दे, मैनूं आ दे दे, मैनूं आ दे दे। ये सेम इदां ही आ जिवें बच्चे साडे कोलों चीज़ां मंगी जाण, पर बच्चे वड्डे हो कहण बापू सब कुछ दे दे, पर तेरे जोगी साडे घर च हुण जगह है नहीं। चंगा लगता है बच्चा, सानूं नहीं लगता। रखो घर का माहौल वधिया बने। भैणां को बड़ी वड्डी कला है, बच्चे नूं तैयार करदिआं पाठ सिखा सकदी है। आ पुत्त तेरे नाल मैं पाठ करदी हां, मेरे गाड़ी गाड़ी मैं एक पौड़ी पढ़दी हां, तू मेरे पिछे एक पौड़ी पढ़, फिर मैं 2 पौड़ियां पढ़ूँ। फिर ਇਹੋ ਜਿਹੀਆਂ ਭੈਣਾਂ ਵੇਖੀਆਂ ਦੂਜੀ ਤੀਜੀ ਕਲਾਸ ਤੱਕ ਜਾਂਦੇ ਜਪਜੀ ਸਾਹਿਬ ਦਾ ਪਾਠ ਮਾਵਾਂ ਨੇ ਬੱਚਿਆਂ ਨੂੰ ਕੰਠ ਕਰਾਤਾ। ਇਹ ਕਿਹਨੇ ਕਰਾਇਆ? ਜਿਸ ਮਾਂ ਕੋਲ ਸੀ, ਤੇ ਜਿਸ ਮਾਂ ਕੋਲ ਨਹੀਂ ਸੀ ਉਹਨੇ ਗਾਣੇ ਲਾਤੇ, ਉਹਨੇ ਗਾਣਿਆਂ ਵਾਲੇ ਬੰਨੇ ਤੋਰਤਾ। ਹੁਣ ਬੱਚਾ ਤੇ ਪਾਣੀ ਵਰਗਾ ਹੈ। ਅਸੀਂ ਇੱਕ ਵਾਰ ਕੈਂਪ ਲਾਇਆ ਮੋਗੇ ਲਾਗੇ ਇੱਕ ਪਿੰਡ, ਤੇ ਕੈਂਪ ਦੀ ਸਮਾਪਤੀ ਸੀ। ਇਹ ਗੱਲ ਮੇਰੇ ਖਿਆਲ 'ਚ 12-13 ਸਾਲ ਪੁਰਾਣੀ ਹੈ। कैंप लाया तो जो समाप्ति कर लगे तो असी बच्चों की लिस्ट बनाई साडे वीर ने कि जेड़े बच्चों ने बोलना वो आ बच्चे ने कविता बोलणगे, कोई बाणी की तुक सुनाएगा, कोई श्लोक पढ़ेगा। वो एक बच्चा कैंप च नहीं सी आया, तो वो आण के आंदा जी भी मैनू भी टाइम दे दो। कोई बच्चा छोटा सी। असी कहा वैसे तो निजम यह भी जोड़े बच्चों ने कैंप च भाग लिया वो ही बोलणगे, क्योंकि हो सकता वो बच्चे रह जाण, फिर उन्होंने मन च गिला रहेगा। पर चलो जे तुसी बड़े मान ना आए जे तो तुहाडा असीं नाम लिख लैंदे। वो तो चंगी किस्मत कि असीं उस बच्चे नूं साडे वीर ने परां जाके पुछ लिया भी सुनाउणा की तूं, क्योंकि बाकी बच्चों की लिस्ट बनी सी भी इन्हें कविता सुनाउणी है, सिख इतिहास बारे, बाबा बंदा सिंह बहादुर बारे, साहिबजादियां बारे। हुण जिहड़ा बच्चा
ਘਰੋਂ ਆਇਆ ਉਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਉਹਨੇ ਕੀ ਸੁਣਾਉਣਾ। ਉਹ ਤਾਂ ਸਾਡਾ ਵੀਰ ਚੰਗਾ ਸੀ ਵੀ ਉਹ ਬੱਚੇ ਨੂੰ ਆਂਦਾ ਪੁੱਤ ਕੀ ਸੁਣਾਉਣਾ। ਉਹਨੇ ਹੁਣ ਬੱਚਾ ਛੋਟਾ ਸੀ ਹੁੰਦਾ ਜੀ ਮੈਂ ਕਵਿਤਾ ਸੁਣਾਉਣੀ ਹੈ। ਹੁਣ ਉਹਨੂੰ ਪਤਾ ਨਹੀਂ ਸੀ ਵੀ ਕਵਿਤਾ ਅਤੇ ਗਾਣੇ 'ਚ ਫਰਕ ਕੀ ਹੈ। ਉਹ ਜਦੋਂ ਬੱਚੇ ਨੂੰ ਪਰਾਂ ਜਾ ਕੇ ਗੁਰਦੁਆਰਿਓਂ ਬਾਹਰ ਖੜ੍ਹ ਕੇ ਸੁਣਿਆ, ਉਹ ਬੱਚਾ ਤੇ 15-20 ਗਾਣੇ ਯਾਦ ਕਰੀ ਫਿਰੇ। ਅਤੇ ਉਹ ਗਾਣੇ ਜਿਹੜੀ ਮੈਂ ਇੱਥੇ ਲੈਣ ਵੀ ਗੁਰੂ ਦੀ ਹਜ਼ੂਰੀ 'ਚ ਨਹੀਂ ਬੋਲ ਸਕਦਾ। ਜਦੋਂ ਅਸੀਂ ਉਸ ਬੱਚੇ ਨੂੰ ਨਹੀਂ ਟਾਈਮ ਤਾ ਅਤੇ ਉਹ ਭੈਣਾਂ ਦੀ ਤੁਸੀਂ ਮੇਰੇ ਬੱਚੇ ਨੂੰ ਇਹ ਕਿਹਾ ਭੈਣੇ ਇਹ ਕਿਹਨੇ ਸਿਖਾਇਆ। ਉਹਦੇ ਘਰ 'ਚ TV ਲੱਗਾ ਹੁੰਦਾ, ਜਦੋਂ ਗਾਣਾ ਚੱਲਦਾ ਤੇ ਸੁਣ ਲੈਂਦੇ। ਹੁਣ ਤੁਸੀਂ ਅੰਦਾਜ਼ਾ ਲਾਓ ਇਹ 'ਚ ਬੱਚੇ ਦਾ ਕਸੂਰ ਹੈ, ਬੋਲ ਕੇ ਦੱਸੋ ਭੈਣੋ। ਮਾਂ ਦਾ। ਹੁਣ ਜੋ ਉਹ ਤੇ ਪਾਣੀ ਵਰਗਾ ਸੀ ਜਿਹੜਾ ਰੰਗ ਪਾਇਆ ਉਹਨੇ ਗ੍ਰਹਿਣ ਕਰ ਲਿਆ। ਹੁਣ ਬੱਚੇ ਨੂੰ ਕੀ ਪਤਾ ਹੈ। ਬੱਚੇ ਨੂੰ ਤੇ ਮਾਂ ਨੇ ਦੱਸਣਾ ਵੀ ਦਾਦੀ ਬਹੁਤ ਨੇਕ ਹੈ, ਭਾਵੇਂ ਕੜਵਾ ਸੁਭਾਅ ਹੈ, ਪਰ ਪੁੱਤ ਇਹ ਉਹ ਧਰਤੀ ਹੈ ਜਿਹ 'ਚ ਤੇਰੇ ਬਾਪ ਨੇ ਜਨਮ ਲਿਆ ਤੇ ਮੈਨੂੰ ਵਿਆਹ ਕੇ ਲੈ ਕੇ ਆਇਆ। ਇਹ ਤੇ ਮਾਂ ਨੇ ਦੱਸਣਾ ਹੈ ਨਾ। ਤੇ ਜੇ ਉਹਨੇ ਪਹਿਲਾਂ ਹੀ ਜ਼ਹਿਰ ਭਰਤਾ, ਦਾਦੀ ਕੋਲ ਨਾ ਜਾਈ, ਚਾਚੀ ਕੋਲ ਨਾ ਜਾਈ, ਭੂਆ ਕੋਲ ਨਾ ਜਾਈ, ਉਹ ਤੇ ਟੂਣੇ ਕਰਦੀ ਹੈ। ਇਹ ਸਮਝ ਲਓ ਜ਼ਹਿਰ ਭਰਤਾ ਸੀ ਆਪਣੇ। ਇਹਨੂੰ ਕਹਿੰਦੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ। ਆਕਾਸ਼ ਚੋਂ ਡਿੱਗੀ ਹੋਈ ਬੂੰਦ ਪਥਰੀਲੀ ਧਰਤੀ ਤੇ ਡਿੱਗ ਪਵੇ ਤੇ ਬੇਕਾਰ ਚਲੀ ਜਾਂਦੀ ਹੈ। ਹੁਣ ਲੋਹ ਤਪਦੀ ਹੋਵੇ ਉਤੋਂ ਬੂੰਦ ਆਣ ਕੇ ਡਿੱਗੇ ਤੇ ਬੇਕਾਰ ਹੀ ਗਈ। ਪਰ ਜੇ ਉਪਜਾਊ ਧਰਤੀ ਤੇ ਡਿੱਗੂ ਉਹ ਤੇ ਫਸਲ ਦਾ ਰੂਹ ਬਣ ਗਈ ਨਾ। ਬਿਨ ਸੰਗਤ ਤੇ ਮਾਨਈ ਹੋਏ ਗਈ ਪਟਸ਼ਾਰ। ਉਹ ਤਾਂ ਸਵਾਹ ਬਣ ਗਈ। ਡਿੱਗਦਿਆਂ ਸਾਰ ਹੁਣ ਉੱਤੋਂ ਡਿੱਗੀ ਬੂੰਦ ਪੱਥਰ ਤੇ ਡਿੱਗਦਿਆਂ ਸਾਰੀ ਤਪਦੀ ਲੋਹ ਤੇ ਡਿੱਗੀ ਨਾਲ ਹੀ ਖਤਮ। ਦੂਜੇ ਬੰਨੇ ਕਹਿੰਦਾ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਕਿਆ ਐਗਜ਼ਾਮਪਲਾਂ ਦਿੱਤੀਆਂ ਮੇਰੇ ਸਤਿਗੁਰ ਦੇ। ਡਿੱਗੀ ਆਕਾਸ਼ ਚੋਂ ਨਿਰਮਲ ਬੂੰਦ ਕਿਸਾਨ ਦੀ ਉਪਜਾਊ ਧਰਤੀ 'ਚ ਡਿੱਗ ਪਈ ਤੇ ਕਿਸਾਨ ਨੇ ਚੁੱਕੀ ਮੋਢੇ ਤੇ ਕਹੀ ਵਾਟ ਆਪਣੀ ਕਰ ਲਈ ਉੱਚੀ ਤੇ ਨਿਰਮਲ ਬੂੰਦ ਨੂੰ ਕਿਹਾ ਅੰਦਰ ਰਹਿ, ਅੰਦਰ ਰਵੇਂਗੀ ਫਸਲ ਦਾ ਰੂਹ ਬਣੇਗੀ। ਤੇ ਇਹ ਡਿੱਗੀ ਹੋਈ ਬੂੰਦ ਨੇ 4 ਮਣ ਦਾਣੇ ਵੀ ਲੈ ਕੇ ਆਉਣੇ ਨੇ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਅਣਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਹੁਣ ਜਿਹੜੀ ਆਕਾਸ਼ ਚੋਂ ਡਿੱਗੀ ਬੂੰਦ ਧਰਤੀ 'ਚ ਮਿਕਸ ਹੋ ਗਈ, ਕੋਈ ਦੁਨੀਆ ਦਾ ਬੰਦਾ ਉਹਨੂੰ ਵੱਖਰੀ ਕਰ ਸਕਦਾ? ਉਹ ਤਾਂ ਫਸਲ ਦਾ ਰੂਪ ਬਣ ਗਈ ਹੈ। ਹੁਣ ਇੱਥੇ ਨਿਰਮਲ ਬੂੰਦ ਦੀ ਗੱਲ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਹੈ ਜਿਹੜਾ ਬੱਚਾ ਦੁਨੀਆ 'ਤੇ ਆਉਂਦਾ ਹੈ ਉਹ ਨਿਰਮਲ ਬੂੰਦ ਵਰਗਾ ਹੈ। ਉਹਨੂੰ ਵਾਲ ਛਾਲ ਕੁਝ ਨਹੀਂ ਪਤਾ। ਤੁਸੀਂ ਕਦੀ ਨੋਟ ਕਰਿਓ, ਭਰਾ ਦੀ ਭਰਾ ਨਾਲ ਨਹੀਂ ਬਣਦੀ, ਦਰਾਣੀ ਦੀ ਜਠਾਣੀ ਨਾਲ ਨਹੀਂ ਬਣਦੀ, ਸੱਸ ਦੀ ਨੂੰਹ ਨਾਲ ਨਹੀਂ ਬਣਦੀ। ਮੰਨ ਲਓ ਉਦਾਹਰਨ ਐਗਜ਼ਾਮਪਲ ਹੈ, ਕਈ ਵਾਰੀ ਭਰਾ ਦੀ ਭਰਾ ਨਾਲ ਨਹੀਂ ਬਣਦੀ, ਪਰ ਘਰ ਸਾਹਮਣੇ ਆਮਣੇ ਸਾਹਮਣੇ ਹੁੰਦੇ ਆ। ਪਰ ਜਦੋਂ ਬੱਚਾ ਗਲੀ 'ਚ ਜਾਂਦਾ ਨਾ, ਤਾਇਆ ਉਹਨੂੰ ਇੱਦਾਂ ਵੇਖਦਾ, ਉਹਨੂੰ ਪਤਾ ਮੇਰਾ ਛੋਟਾ ਭਰਾ ਮੇਰੇ ਨਾਲ ਬੋਲਦਾ ਨਹੀਂ, ਪਰ ਤਾਇਆ ਉਹਨੂੰ ਤਾਂ ਪਤਾ ਖੂਨ ਸਾਡਾ ਹੀ ਹੈ। ਉਹ ਇੱਦਾਂ ਤਾਂ ਬੁਲਾਉਂਦਾ ਉਹਨੂੰ ਅਤੇ ਬੱਚਾ ਹੱਸ ਪੈਂਦਾ। ਹੁਣ ਬੱਚੇ ਨੂੰ ਕੀ ਪਤਾ, ਉਹ ਤਾਂ ਨਿਰਮਲ ਬੂੰਦ ਹੈ ਵੀ ਮੇਰੇ ਪਿਓ ਨੂੰ ਤਾਂ ਮੇਰਾ ਪਿਓ ਤਾਂ ਇਹਨੂੰ ਵੇਖਣਾ ਪਸੰਦ ਨਹੀਂ ਕਰਦਾ, ਉਹਨੂੰ ਥੋੜ੍ਹਾ ਪਤਾ ਹੈ। ਪਰ ਬੱਚਿਆਂ ਨੂੰ ਤੇ ਉਹ ਵੀ ਬੁਲਾ ਜਾਂਦੇ ਜਿਹੜੇ ਪਿੰਡ ਵਿੱਚ ਸਾਡੇ ਨਹੀਂ ਆ, ਸਾਡੇ ਨਾਲ ਬੋਲਦੇ, ਉਹ ਵੀ ਬੱਚੇ ਵੱਲ ਵੇਖ ਕੇ ਤੇ ਉਹ ਵੀ ਕਿਲਕਾਰੀ ਮਾਰ ਜਾਂਦੇ ਆ। ਪਰ ਬੱਚਾ ਤੇ ਉਹਦੇ ਵੱਲ ਵੇਖ ਕੇ ਵੀ ਹੱਸ ਪੈਂਦਾ। ਹੁਣ ਬੱਚਾ ਤਾਏ ਵੱਲ ਵੇਖ ਕੇ ਵੀ ਹੱਸ ਪਿਆ, ਚਾਚੇ ਵੱਲ ਵੇਖ ਕੇ ਵੀ ਹੱਸ ਪਿਆ, ਦਾਦੀ ਵੱਲ ਵੇਖ ਕੇ ਵੀ ਹੱਸ ਪਿਆ। ਕਦੋਂ ਤੱਕ ਹੱਸਿਆ ਭਲਾ? ਜਦੋਂ ਤੱਕ ਉਹ ਛੋਟਾ ਸੀ। ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੈ ਓੜ। ਜਦੋਂ ਧਰਤੀ 'ਚੋਂ ਰੁੱਖ ਉੱਗਦਾ ਹੈ, ਜਦੋਂ ਉਹਦੇ 'ਚ ਉਹ ਕੋਮਲਤਾ ਹੈ ਨਾ, ਤੁਸੀਂ ਵੇਖਿਆ ਜਦੋਂ ਧਰਤੀ 'ਚੋਂ ਦਰਖਤ ਉੱਗਦਾ ਉਹ 'ਚ ਕੋਮਲਤਾ ਕਿੰਨੀ ਹੁੰਦੀ। ਹਵਾ ਵਗਦੀ ਹੈ ਤਾਂ ਦਰਖਤ ਝੁਕ ਜਾਂਦਾ। ਪੌਦੇ ਆਪਾਂ ਵੇਖੇ ਛੋਟੇ ਛੋਟੇ ਪੌਦੇ ਹਵਾ ਦੇ ਅੱਗੇ ਲੰਮੇ ਪੈ ਜਾਂਦੇ ਆ, ਲਚਕ ਉਹਨਾਂ 'ਚ। ਹਵਾ ਘਟਦੀ ਹੈ ਫਿਰ ਆਪਣੀ ਜਗ੍ਹਾ 'ਤੇ ਆ ਜਾਂਦੇ ਆ, ਲਚਕ ਫਲੈਕਸੀਬਲ ਆ। ਪਰ ਜਿਉਂ ਜਿਉਂ ਰੁੱਖ ਵੱਡਾ ਹੁੰਦਾ ਜਾਂਦਾ ਉਹਦੀ ਲਚਕ ਮੁੱਕਦੀ ਜਾਂਦੀ, ਕਠੋਰਤਾ ਆਉਂਦੀ ਜਾਂਦੀ ਹੈ। ਫਿਰ ਇੱਕ ਦਿਨ ਹਵਾ ਵਗਦੀ ਹੈ ਤੇਜ਼, ਲੱਕ 'ਚੋਂ ਦਰਖਤ ਟੁੱਟ ਜਾਂਦਾ, ਮੂਛੇ ਵੱਢ ਹੋ ਜਾਂਦਾ। ਇਹ ਗੱਲ ਦਰਖਤ ਦੀ ਨਹੀਂ ਹੈ, ਗੱਲ ਬੰਦੇ ਦੀ ਹੈ। ਸਾਡੇ 'ਚ ਫਲੈਕਸੀਬਲ ਹੀ ਨਹੀਂ ਹੈ, ਅਸੀਂ ਲਚਕ ਨਹੀਂ ਹੈ ਸਾਡੇ 'ਚ। ਅਸੀਂ ਇੱਦਾਂ ਜਿਉਂ-ਜਿਉਂ ਛੋਟਾ ਬੱਚਾ ਉਹ ਹੱਸ ਪੈਂਦਾ, ਲਚਕ ਹੈ। ਜਦੋਂ ਵੱਡੇ ਹੋਣਾ ਉਹਨੇ ਫਿਰ ਤਾਏ ਨੇ ਇੱਦਾਂ ਵੇਖਣਾ ਉਹਦੇ ਵੱਲ, ਅਤੇ ਉਹ ਬੱਚਾ ਤਾਏ ਵੱਲ ਹੁਣ ਉੱਚੀ ਬੋਲੋ ਵੇਂਦਾ ਵੀ ਨਹੀਂ, ਚਾਚੇ ਵੱਲ ਘਰੋਂ ਕਈ ਲਿਆ ਕੇ ਤਾਂ ਵੜ ਦਾਂਗੇ ਤੈਨੂੰ। ਉਹ ਭੁੱਲ ਹੀ ਗਿਆ ਵੀ ਤੈਨੂੰ ਤੇ ਮੈਂ ਮੋਢੇ ਚੁੱਕ ਕੇ ਸਕੂਲੇ ਖੜਦਾ ਰਿਹਾ। ਉਹ ਬੋਲੋ ਪਿਆਰਿਓ, ਤੈਨੂੰ ਤਾਂ ਮੈਂ ਸਕੂਲੇ ਮੋਢੇ ਚੁੱਕ ਕੇ ਖੜਦਾ ਰਿਹਾ। ਮੈਨੂੰ ਭਰਾ ਜੋ ਮਰਜ਼ੀ ਕਹਿੰਦਾ,
पर तेरे तो मैनू उम्मीद नहीं सी। तैनू तो दुध भी मेरी घर वाली नहीं पियाया। कई बार ताया गुस्से च कह दिंदा तैनू तो पालिया ही इन्हें है, पर उदों लचक सी ना। हुण ये गल्लां गुरु ग्रंथ साहिब तो बिना किसी भेखी कोलों मिलनियां सानू, किसी तांत्रिक जोशी पांधे ने दसनियां सानू। जिहड़े गुरु ग्रंथ साहिब लिखिया कबीर जैसी उपजी पेड़ ते तैसी निभै ओढ़। जिद्दां दी कोमलता लचक दरख्त छोटे च वा, किते इदां दी लचक मनुखी मन विच हमेशा होवे। कहंदे हीरा किसका बपुरा, हीरा की मुकाबला कर लू इहो जे जीवन दा, पुजे ना रतन करोड़। रतन करोड़ भी इहो जे जीवन दा मुकाबला, उच्ची बोलो सारे, नहीं कर सकते। अज हैगा सब कुछ है, तुसीं की सोचदे हो अंदानियां बानियां को पैसे की कमी है, पर अज लचक नहीं है, कठोरता है। वो कहते सिर्फ साडा ही कारोबार चले, बाकी खत्म। साडा बापू आंदा सी नहीं मैं फ्लैक्सी वाला, मैं आनंदपुर छड्डण नूं तैयार हाँ जे तुसीं सुखी वसदे हो। पर वो चमकौर साहब आ गए। जे बापू लड़ना चाहते, साडे बापू जी लड़ना चाहते तो आनंदपुर साहब क्यों छड्डदे? वो कहते मैनूं पता जंगां च नुकसान हुंदा है, लोगों के घर तबाह होंदे ने, मैं आनंदपुर छड्ड देना। जे मेरे सिखां च लियाकत होई, इहो जे हज़ार आनंदपुर फिर वसा लेने इन्होंने। लड़ना नहीं सी चाहते, छड़ दिता, पर फिर आ गए मगर। फिर बापू ने कह दिता भी वेखो चूड़ियां थोड़ा पाइया, फिर हुण तुसीं हुण जीण ना दोगे घर साडे, फिर तो पै काहूं को देत न पै मान तान कहो नानक सुन रे मना, ज्ञानी ताहे बखान। सिख भी तो होना जिहड़े किसानी अंदोलन च साडे भरा को लड़न थोड़ा कहे, कोई ट्रालियां असला लैके गए ने। उतो ट्रालियां के बाहर पहले दिन उन्होंने गोदी मीडिया ने कह के कहता जी ये खालिस्तानी है तो किसान है ही नहीं। अड्डी चोटी का जोर लाता, कंगना वर्गिया ने बाहर बयान लाते। हुण जदों रिहाना वर्गिया बाहर लो उच्च कोटि की गायक उन्हें जदों एक ट्वीट किया भी नहीं एक धक्का हो रहा किसानों नाल, किदां बाहर निकले क्रिकेट के खिडारी, किदां फिल्मां के नकली हीरो जिन्होंने साडे लोग नौजवान हीरो समझते रहे, वो विलन निकले सब तो वड्डे। हुण जिहड़ी गुरु साहब जी ने जो विचार दी, जो लियाकत दी, वो बा कमाल सी। तो जदों असीं इस नुकते नूं समझण दा यतन करांगे, जिंदगी जीण दा जो तजर्बा गुरदेव पिता महाराज ने सानू बाणी विच बख्शिश कीता, वो बा कमाल है कि जिहड़ा मनुखी मन दा सुख है वो कित्थे है। हुण है कोई मुकाबला दुनिया दे विच इस महान विचारधारा दा? कोई नहीं हैगा। जो गुरदेव जी ने एडा वड्डा समुंदर, एडा वड्डा सागर सानू बाणी दा बख्शिश कीता कि इस मनुखी मन विचों जहर किद्दां निकलनी, किद्दां जीवन नूं सोहना जीउणा है, ये सानू सतगुर दी बाणी दसदी है कि वधिया तरीके नाल जिंदगी जीऊ। समझ बाणी दी इस विचारधारा नूं कि तेरा जीवन वधिया बन सके। तो हुण नौवें पातशाह धन गुरु तेग बहादुर महाराज जिहड़ी गल कहंदे ने, जतन बहुत सुख के किए। हुण जिन्ने भी जतन कीते सुख दे कीते भी मैनू सुख मिले, सुख वास्ते दिन रात भज नस की, दौड़ भज की भी मैनू सुख मिले, सुख मिले। दुख को कियो ना कोई, दुख वास्ते बंदा एक भी यतन नहीं करता कि मैं आ काम करा तो मैनू दुख मिले। जे बंदे नूं पहले पता लग जाए भी इस काम का एंड दुख है, बंदा काम कर लग्या 100 बार सोचता भी मैं इस काम नूं हथ ही नहीं पाउणा। इसदा मतलब है कि इंसान काम सुख वास्ते करता है, पर नतीजा उसका एंड दुख निकलता है। क्यों? क्योंकि वो पिछे वजह है। असी चाहते सुख वां, पर काम वो कर रहे हैं जिन्हां कामां तो सानू सतगुर दी बाणी हमेशा रोकदी है। चाहते सुख वां भी सानू सुख मिले। अज मनुखी मन, हुण फर्क वेखियो, सतगुरु गुरु नौवें पातशाह जी कहते हैं सब सुख दाता राम है, सारिया सुखां दा दाता राम है। राम मीन रमिया होया परमात्मा। यह भी एक फर्क है। सतगुर दी बाणी विच दशरथ दे पुत्र राम का भी जिक्र है, तो सतगुर दी बाणी विच रमे हुए परमात्मा का भी जिक्र है, पर वख-वख एंगलों तो जिक्र है। कबीर राम कहने में भेद है, आ फर्क है। ता मैं एक विचार सोई राम सब है कहे कोई सोई कौतकहार। एक राम वो है जिहदी रास लीला पैंदी है, एक राम वो है जिहड़ा घट घट विच व्यापक है, जिहड़ा जरे जरे विच व्यापक है, जिहदे बारे गुरु साहिब दी बाणी कहदी रमैया के गुण चेत प्राणी कमन मूल ते कमन दृष्टानी। जिहदे बारे आप रोज पढ़ते हैं, ना वो मरे ना ठागे जाहे
जिनके राम। ये कौन राम है? ये रमिया होया परमात्मा राम है, जिहड़ा जरे जरे विच है, घट घट विच व्यापक है। सबे घट राम बोले, हर घट विच राम बोलदा है। हुण तो जिहड़ी गल सतगुरु जी इत्थे कहंदे ने सब सुख दाता राम है, महाराज कोई दूजा है? हुण जे गुरु नौवें पातशाह दे उत्ते आपां नूं विश्वास करना चाहिए, कहंदे दूसर ना है ना कोई, कहंदे दूजा कोई भी है नहीं। तो साडे समाज ने उत्थे बना लिया, कोई कहंदा जी मैनूं उत्थे मत्था टेक के सुख मिलदा, कोई कहंदा जी मैं आह कर्म कांड करा मैनूं सुख मिलदा। हुण इहदा अर्थ उन्हां ने अपने सतगुर दे पावन बचनां ते भरोसा नहीं कीता। सब सुखदाता राम है, दूसर नाहे ना कोई, कहो नानक सुन रे मना, ते सिमरत गत होए। जतन बहुत सुख के किए, बड़े जतन किए सुख वास्ते, हर जतन सुख लई कीता। पुत्र की प्राप्ति सुख लई, गड्डी लई सुख लई, घर बनाया सुख लई, दुख लई तो जतन ही कोई नहीं किया। हुण सवाल पैदा हो गया भी दुख आए कित्थों? फिर जे सुख लई सारे जतन किए, दुख कित्थों आए? असी बीज लैके आने, जो कणक बीजदे हैं ना, यूनीवर्सिटी चों सोधिया होया नवां बीज लैके आने। कई जमीनां 35 किलो बीज, कई 40 पाउणा पैंदा। हुण बीज लिया के पाता, की नदीन भी लिया के पाया सी बाहरों? जो आप बीज खिला रहे, नदीन किदां दवा दवा उगया, आप स्प्रेयां कीतियां। सानूं ये पता भी जे खाद पाती, पानी देता, स्प्रे ना की, ये नदीन सारा वध फुल जाना है, बीज ने तो बाहर आना ही नहीं। हुण बाहरों लिया के सिर्फ बीज पाया, नदीन धरती दे विच ही पहलां सी। इदां ही जिहड़ा नदीन है ना, अवगुण, नदीन अवगुण है, ये मनुखी जीवन दे विच पहलां ही बहुत भरे पए, नक्कां नक्क भरे पए ने। बीज पाउणा पैना है, किहड़ा बीज? अमल कर धरती, बीज शब्दों कर, शब्द का बीज पाउणा पैना। नदीन तो पहलां बहुत है। अच्छा हुण पानी की है? मैं पाठ करदा, मैं गुरुद्वारे जाना, मैं कीर्तन करदा, मैं कीर्तन सुनदा, ये पानी देना है। तो जे मैं अवगुण ना पुटे, नदीन ना पुटिया, तो फिर की होना है? फिर फसल नूं, बीज नूं ये सब कुछ लगना ही नहीं, बीज प्रफुल्लित होना ही नहीं। इसे करके पाशाह कहते हैं ना कि तीरथ बरत आर दान कर। अगे किया गया? मन में धरै कीता ते सारा कुछ चंगा, पर नाल गुमान आ गया, मैं कीता। नानक नेफल जाते ज्यों कंचर इशना। तो साध संगत जिहड़ी गल चल रही सी, हुण किसानी अंदोलन चल रहे, तुहानूं पता है लगातार 26 नवंबर तो लैके 27 नवंबर तक लगातार किदां साडे भरा उत्थे बैठे ने, किदां नैशनल मीडिया ने बदनाम करने की कोशिश की भी, ये तो खालिस्तानी बैठे ने जी, ये तो किसान है ही नहीं। उत्थे साडियां भरावां ने ट्रालियां ते लिख लिख के लाता, असीं किसान हाँ, असीं अतवादी नहीं हाँ। राजस्थान के किसान ने आन के कहता, कहता जे ते अपना हक मंगना, खालिस्तान मंगना तो फिर मैं भी खालिस्तानी। हरियाणा नाल उठ के आ गया, यूपी नाल उठ के आ गई, दूजियां स्टेटां दे नाल लोग उठ के आ गए कि भाई उठो भाई, अगले तो देश वेचण नूं फिरदे ने। किन्ने एयरपोर्ट ने जिहड़े अंदानियां नूं अगलियां ने दे दित्ते अंदर खाते। हुण इहो एयरपोर्ट सरकार को होंदे, उहदा बैनीफिट सरकार नूं हुंदा, उहदी पैसा पब्लिक ते लगदा। हुण ये जदों बरीकी नाल देखोगे, इहो जंग गुरु नानक साहब दे घर दी जंग भी तो इहो ही है। हुण गुरु साहब आपां कहने रब नाल जोड़न वाले, वो कहंदे बाबरा तू जाबर है। आपां कहने गुरु नानक साहब ते परमेश्वर दा नाम जपाउण आया, वो कहंदे राजे शी मुकदम कुत्ते, जाए जगाइन बैठे सुते, चाकर नहीं पाहिन काओ, रात पित कुत्ते हो चट जाओ। वो कहंदे ने मानस खाने करे नवाज, छुरी वगायन तिन गल ताग, तिन घर ब्राह्मण पूरे ना दो ना पियावे होई साध, कूड़ी रास कूड़ा व्यापार, कूड़ बोल करें आहार, शर्म धर्म का डेरा दूर, नानक कूड़ रहा भरपूर। तो ये तो समझ आती है भी जेड़ी जंग अज है ना, ये जंग गुरु नानक साहब वेले भी इहो सी कि बाबर नूं क्या बाबरा राज इंज नहीं इंज करीदा है। बाबर नूं जाबर क्या, गुरु अंगद साहब महाराज शेरशाह सूरी कोलों जो हमायूं हार खा के आउंदा है, उहदे अगे युरत नाल गल करदे ने। अकबर दा गोइंदवाल साहब आण के मत्था टेकना,
ਪ੍ਰਭਾਵਿਤ ਹੋ ਕੇ ਆਉਣਾ ਦੇਸ਼ ਦਾ ਬਾਦਸ਼ਾਹ। ਫਿਰ ਗੁਰੂ 10ਵੇਂ ਪਾਤਸ਼ਾਹ ਪਹਾੜੀ ਰਾਜਿਆਂ ਨਾਲ ਜੰਗਾਂ ਕੀ ਸੀ? ਉਹ ਚਾਹੁੰਦੇ ਸੀ ਜਿਹੜੀ ਵਿਦਿਆ ਹੈ, 6 ਕਰਮ ਨੇ, ਵਿਦਿਆ ਪੜ੍ਹਨੀ ਪੜ੍ਹਾਉਣੀ, ਦਾਨ ਦੇਣਾ ਦਾਨ ਲੈਣਾ, ਜੱਗ ਕਰਨਾ ਤੇ ਜੱਗ ਕਰਾਉਣਾ। ਵਿਪਰ ਬੜਾ ਤੇਜ਼ ਸੀ, ਉਹਨੇ ਵੰਡ ਰੱਖੀ। ਉਹ ਕਹਿੰਦਾ ਮੈਂ ਦੱਸਾਂਗਾ ਜੱਗ ਕਰਨਾ ਕਿਹਨੇ ਤੇ ਕਰਾਉਣਾ ਕਿਹਨੇ, ਵਿਦਿਆ ਪੜ੍ਹਨੀ ਕਿਹਨੇ ਤੇ ਪੜ੍ਹਾਉਣੀ ਕਿਹਨੇ, ਮੈਂ ਦੱਸਾਂਗਾ। ਉਹਨੇ ਇੱਦਾਂ ਰੱਖਿਆ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਭਾਈ ਵੇਖੋ, ਇੱਥੇ ਹਰ ਇੱਕ ਨੂੰ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ, ਹਰ ਇੱਕ ਬੰਦਾ ਜ਼ਿੰਦਗੀ ਜੀਉ ਸਕਦਾ ਹੈ। ਇਹੋ ਵਜ੍ਹਾ ਸੀ ਗੁਰੂ ਸਾਹਿਬ ਨੇ ਇੰਨੇ ਵਿਚਾਰ ਸੋਹਣੇ ਦਿੱਤੇ। ਹਰ ਬੰਦਾ ਬਾਣੀ ਪੜ੍ਹ ਸਕਦਾ ਹੈ, ਹਰ ਬੰਦਾ ਬਾਣੀ ਗਾ ਸਕਦਾ। ਇਹੋ ਹੀ ਤੇ ਖੁੱਲ੍ਹ ਦਿਲ ਸੀ ਕਿ ਭਾਈ ਜੀਵਨ ਸਿੰਘ ਵਰਗੇ ਮਹਾਨ ਯੋਧੇ ਗੁਰੂ ਨੌਵੇਂ ਪਾਤਸ਼ਾਹ ਦਾ ਸੀਸ ਲੈ ਕੇ ਪੰਜਾਬ ਵੱਲ ਨੂੰ ਆਉਂਦੇ ਨੇ। ਕਿਹਾ ਗੁਰੂ ਸਾਹਿਬ ਨੇ ਤੇਰਾ ਹੱਥ ਲੱਗ ਗਿਆ ਤੇ ਸੀਸ ਪਿੱਟਿਆ ਗਿਆ, ਤੂੰ ਤੇ ਸੀਸ ਨੂੰ ਅਪਵਿੱਤਰ ਕਰ ਰੱਖਿਆ। ਸਾਡਾ ਸਮਾਜ ਕਿੱਥੇ ਖਲੋਤਾ ਅੱਜ? ਅਸੀਂ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣਾ ਛੱਡੇ, ਅਸੀਂ ਵੰਡ ਪਾ ਦਿੱਤੀ। ਮੈਨੂੰ ਖੁਸ਼ੀ ਹੋਈ, ਪਤਾ ਲੱਗਾ ਵੀ ਇਸ ਨਗਰ ਵਿੱਚ ਇੱਕੋ ਹੀ ਗੁਰਦੁਆਰਾ ਹੈ। ਤਾਂ ਕਿੰਨੀ ਵਧੀਆ ਗੱਲ ਹੈ ਜੇ ਸਾਡੇ ਪਿੰਡਾਂ ਵਿੱਚ ਇੱਕ ਗੁਰਦੁਆਰਾ ਹੋਵੇ, ਉੱਥੇ ਸਾਰੀ ਸੰਗਤ ਆਣ ਕੇ ਜੁੜੇ, ਅਸੀਂ ਗੁਰੂ ਦਾ ਉਪਦੇਸ਼ ਆਣ ਕੇ ਲਈਏ, ਸਾਡੇ ਮਨ ਦੀ ਖੁਰਾਕ ਸਾਡੇ ਗੁਰੂ ਕੋਲੋਂ ਸਾਨੂੰ ਰੋਜ਼ਾਨਾ ਮਿਲੇ, ਤੇ ਸਾਨੂੰ ਥਾਂ ਥਾਂ ਤੇ ਮੱਥੇ ਟੇਕਣ ਦੀ ਲੋੜ ਪਵੇਗੀ, ਥਾਂ ਥਾਂ ਤੇ ਸਾਨੂੰ ਭਟਕਣ ਦੀ ਲੋੜ ਪਵੇਗੀ। ਤਾਂ ਜਿਹੜਾ ਇਹ ਅੱਜ ਤੁਸੀਂ ਉਸ ਅੰਦੋਲਨ 'ਚ ਵੇਖੋ, ਉੱਥੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਰਤ ਰਹੀ ਹੈ। ਤੁਸੀਂ ਉੱਥੋਂ ਗੁਰੂ ਨਾਨਕ ਸਾਹਿਬ ਦਾ ਫਲਸਫਾ ਬਾਹਰ ਕੱਢ ਦਿਓ। ਗੁਰੂ ਨਾਨਕ ਸਾਹਿਬ ਦਾ ਫਲਸਫਾ ਕੀ ਹੈ? ਲੰਗਰ ਵਰਤ ਰਹੇ ਨੇ, ਦਵਾਈ ਮੈਡੀਸਨ। 90% ਉੱਥੋਂ ਦੀ ਪਬਲਿਕ ਸਹੂਲਤ ਲੈ ਰਹੀ ਹੈ। ਅਸੀਂ ਤਾਂ ਲਗਾਤਾਰ ਉਦੋਂ ਦੇ ਉੱਥੇ ਆ। 90% ਉੱਥੋਂ ਦੇ ਜਿਹੜੇ ਲੋਕਲ ਬੰਦੇ ਆ, ਜਿਹੜੇ ਹਰਿਆਣੇ ਦੇ ਲੋਕਲ ਆ, ਦਿੱਲੀ ਦੇ ਲੋਕਲ ਵਾ, ਉਹ ਕਹਿੰਦੇ ਸਾਨੂੰ ਤਾਂ ਇਹਨਾਂ ਤੰਗ ਹੀ ਨਹੀਂ ਕੀਤਾ। ਤੇ ਕਿੱਡੀ ਕਮਾਲ ਦੀ ਗੱਲ ਹੈ ਵੀ ਜਿਹੜਾ ਉੱਥੇ ਲੋਕਲ ਹਿੰਦੂ ਪੱਤਰਕਾਰ ਹੈ, ਉਹ ਕਹਿੰਦਾ ਇਸ ਦੇਸ਼ ਵਿੱਚ ਸੈਂਕੜੇ ਅੰਦੋਲਨ ਹੋਏ, ਬੱਸਾਂ ਫੂਕੀਆਂ ਗਈਆਂ, ਟ੍ਰੇਲਾਂ ਨੂੰ ਅੱਗਾਂ ਲੱਗੀਆਂ, ਸਰਕਾਰਾਂ ਦੀ ਪ੍ਰਾਪਰਟੀ, ਪਬਲਿਕ ਦੀ ਪ੍ਰਾਪਰਟੀ ਸਾੜੀ ਗਈ, ਪਰ ਇਹ ਪਹਿਲਾ ਅੰਦੋਲਨ ਹੈ ਜਿੱਥੇ ਕਿਸੇ ਦਾ ਸੂਈ ਭਰ ਵੀ ਇਹਨਾਂ ਯੋਧਿਆਂ ਨੇ ਨੁਕਸਾਨ, ਉੱਚੀ ਬੋਲੋ, ਨਹੀਂ ਕੀਤਾ। ਇਸ ਅੰਦੋਲਨ ਤੇ ਇੱਕ ਹਿੰਦੂ ਵੀਰ ਨੇ ਕਿਤਾਬ ਲਿਖ ਵੀ ਦਿੱਤੀ ਹੈ, ਮੇਰੇ ਕੋਲ ਪਈ ਹੈ। ਮੈਂ ਉਹ ਕਿਤਾਬ ਪੜ੍ਹ ਰਿਹਾ ਸੀ। ਉਹਨੇ ਪਤਾ ਕਿਤਾਬ ਸਮਰਪਿਤ ਕਿਹਨੂੰ ਕੀਤੀ ਹੈ? ਉਹ ਕਹਿੰਦਾ ਇਹ ਕਿਤਾਬ ਉਹਨਾਂ ਮਹਾਨ ਯੋਧਿਆਂ ਨੂੰ ਸਮਰਪਿਤ ਹੈ ਜਿਹੜੇ ਮਹਾਨ ਯੋਧੇ ਕਾਰਪੋਰੇਟ ਘਰਾਣੇ, ਅਮੀਰ ਪੂੰਜੀਪਤੀ ਘਰਾਣਿਆਂ ਦੇ ਵਿਰੋਧ ਵਿੱਚ ਜਿਹੜਾ ਪੰਜਾਬ 'ਚੋਂ ਜਹਾਦ ਉੱਠਿਆ ਹੈ,